एक ओंकार। सत गुरु प्रसाद। हमें दृष्ट शुभ करे, हरै यग पाप सगल मल। काम क्रोध अर लोभ मोह, वस करे सभय बल। सदा सुख मन वसै, दुख संसार होवै। गुर नवनिध दरियाओ, जन्म हम कालख धोवै। सो कहो टल गुर सेविय, अहिंस सहज सुभाए। दर्शन परसे गुरु कह, जन्म मरण दुख जाए। सतनाम वाहे गुरु साहिब जियो। राग सूही छंत महला चौथा कर तीजा। एक ओंकार सतगुर प्रसाद। आओ संत जनों गुण गावे, गोविंद केरे राम। आओ संत जनों गुण गावे, गोविंद केरे राम। एह जगो दुतर मनमुख पार न पाई राम। अंतरे हमें ममता, काम क्रोध चतुराई राम। अंतर चतुराई थाए ना पाई, बिरथा जन्म गवाया। जम मग दुख पावै, चोटां खावै। अंत गया पछुताया, बिन नावै को बेली नाही। पुत कुटुंब सुत पहाई, नानक माया मोह पसारा। आगे साथ न जाई। हाँ पूछो अपना सतगुरु दाता, किन बिद दुतर तरियै राम। सतगुर पाए चलो, जीवतियां इव मरियै राम। जीवतियां मरियै, भौ जल तरियै। गुरमुख नाम समावै, पूरा पुरख पाया वड भागी। सच नाम लिव लागै, साच नाम लिव लावै। मत प्रगास भई मन मानिया, राम नाम वडियाई। नानक प्रभ पाया शब्द मिलाया, ज्योति जोत मिलाई। मत प्रगास भई मन मानिया, राम नाम वडियाई। नानक प्रभ पाया शब्द मिलाया, ज्योति जोत मिलाई। वाहिगुरु जी का खालसा, वाहिगुरु जी की फतेह। जुगो जुग अटल, तन तन गुरु ग्रंथ साहिब जी। गुरु पातशाह जी दी अपर अपार बख्शिश नवाजिश। शाम समय सत्संगत दा समा असीं माण रहे हैं। भावें कि साडा वर्चुअल दीवान है, आप घरां थावां तो ही गुरु शब्द नूं माणदे हो। ये भी वड भागता है। वड्डे पद्धर ते संगत दा हिस्सा
ਨੋਟ ਓਨਲੀ ਇਨ GTA, ਸਾਡੇ ਇੱਥੇ ਟੋਰਾਂਟੋ ਤੇ ਗਿਰਦੇ ਰਵਾਂ ਦੇ ਵਿੱਚੋਂ, ਬਲਕਿ ਗਲੋਬਲ ਸਾਈਡ ਤੋਂ ਵੱਡੇ ਪੱਧਰ ਤੇ ਸੰਗਤ ਇਸ ਨੂੰ ਮੰਨਦੀ ਹੈ। ਮਹਾਰਾਜ ਜੀ ਦੀ ਪਾਵਨ ਬਾਣੀ ਸ਼ਾਮ ਦੇ ਸਮੇਂ ਆਪ ਨੇ ਸਰਵਨ ਕੀਤੀ, ਪਾਠ ਰੂਪ ਵਿੱਚ, ਕੀਰਤਨ ਰੂਪ ਦੇ ਵਿੱਚ। ਹੁਣ ਸਮਾਂ ਹੈ ਗੁਰਬਾਣੀ ਦੀ ਵਿਆਖਿਆ ਦਾ। ਇਸ ਗੋਚਰੇ ਸੂਹੀ ਰਾਗ ਦੇ ਛੰਦ ਵਿਚਾਰੇ ਜਾਂਦੇ ਨੇ। ਗੁਰੂ ਰਾਮਦਾਸ ਸਾਹਿਬ ਜੀ ਦੀ ਇਹ ਪਾਵਨ ਬਾਣੀ ਹੈ। 4 ਪਦਿਆਂ ਦਾ ਮੇਰਾ ਸ਼ਬਦ ਸੀ, ਜਿਹਦੇ 2 ਪਦੇ ਬੀਤੇ ਵਿੱਚ ਵਿਚਾਰੇ ਨੇ। ਅਗਲੇਰੇ 2 ਪਦਿਆਂ ਦਾ ਪਾਠ ਆਪ ਨੇ ਸਰਵਨ ਕੀਤਾ ਹੈ। ਜੋ 3 ਨੰਬਰ ਪਦਾ ਆ ਬੰਧਿਆ, ਉਹਦੀ ਅਸੀਂ ਅੱਜ ਵਿਚਾਰ ਕਰਾਂਗੇ। ਸਾਹਿਬ ਜੋ ਜ਼ਿਕਰ ਕਰ ਰਹੇ ਨੇ, ਇਹ ਜਗੋ ਦੁੱਤਰ ਮਨਮੁਖ ਪਾਰ ਨ ਪਾਈ ਰਾਮ, ਅੰਤਰੇ ਹਉਮੈ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ। ਇਹ ਜਗ ਦੁੱਤਰ ਮਨਮੁਖ ਪਾਰ ਨ, ਇਹ ਜਗੋ ਦੁੱਤਰ ਮਨਮੁਖ ਪਾਰ ਨ ਪਾਈ ਰਾਮ। ਜੋ ਇਸ ਸੰਸਾਰ ਨੂੰ ਅਸੀਂ ਦੇਖਦੇ ਹਾਂ, ਜਿਹਦੇ 'ਚ ਅਸੀਂ ਰਹਿ ਰਹੇ ਹਾਂ, ਇਸਦੇ ਮਨੁੱਖ, ਇਸ ਬਾਬਤ ਬਾਣੀ ਸਾਨੂੰ ਐਕਸਪਲੇਨ ਕਰਦੀ ਹੈ, ਐਜੂਕੇਟ ਕਰਦੀ ਹੈ, ਸਾਨੂੰ ਸਮਝਾਉਂਦੀ ਹੈ। ਅਕਸਰ ਬਾਤ ਹੁੰਦੀ ਹੈ, ਬਹੁਤ ਸਾਰੀਆਂ ਗੱਲਾਂ ਰੈਪੀਟੀਸ਼ਨ ਵਿੱਚ ਵੀ ਆਉਂਦੀਆਂ ਨੇ, ਅਤੇ ਜ਼ਰੂਰੀ ਵੀ ਨਹੀਂ, ਕਿਉਂਕਿ ਇਹਦੇ ਨਾਲ ਸਾਡੇ ਮਨ ਮੰਡਲ ਦੀ ਦੁਨੀਆ, ਜਿਸ ਰਾਹ 'ਤੇ ਅਸੀਂ ਜਾਣਾ ਆ, ਜਿਸ ਚੀਜ਼ ਨੂੰ ਅਸੀਂ ਫੋਲੋ ਕਰਨਾ ਆ, ਉਹਦੇ ਤੋਂ ਅਸੀਂ ਦੂਰ ਨਹੀਂ ਜਾਂਦੇ। ਫਿਰ ਮੈਂ ਇੱਕ ਦਿਨ ਬਾਤ ਪਾ ਰਿਹਾ ਸੀਗਾ ਨਾ, ਕਹਾਣੀ ਨੂਮਾ ਰੂਪ ਦੇ ਵਿੱਚ। ਵੈਸੇ ਤਾਂ ਕਿਸੇ ਦਾਨਿਸ਼ਮੰਦ ਨੇ ਲਿਖੀ ਹੈ ਇੰਡੀਅਨ ਲਿਟਰੇਚਰ ਦੇ ਵਿੱਚ। ਉਹ ਕਹਿੰਦਾ ਹੈ ਕਿ 2 ਸੱਜਣ ਨੇ ਤੇ ਇੱਕ ਸਫ਼ਰ 'ਤੇ ਨਿਕਲੇ ਨੇ। ਅਸੀਂ ਲਾਵਾਂ ਦੀ ਵਿਆਖਿਆ ਕਰਦੇ, ਮੈਨੂੰ ਰੀਸੈਂਟਲੀ ਆਈ ਕੈਨ ਰੀਕਾਲ ਦੈਟ we were discussing this specific story on that day. ਉਹਦੇ 'ਚ ਇਹ ਸੀਗਾ ਕਿ ਉਹ ਜਦੋਂ ਨਿਕਲੇ ਨੇ ਤੇ ਥੋੜ੍ਹੀ ਦੂਰ ਤੁਰੇ, ਇੱਕ ਸੱਜਣ ਥੱਕ ਗਿਆ। ਉਹ ਕਹਿੰਦਾ, it's hard to walk anymore. Your speed is very high. Your actually there are so many uneven actually you can say pathways which I'm not able to walk anymore. So I want a break, or if you want to actually continue your journey, you can continue. I cannot do anymore. ਜਾਂ ਇਸ ਤਰ੍ਹਾਂ ਹੈ, ਮੈਂ ਵਾਪਸ ਮੁੜਨ ਲੱਗਾ। ਕੁਝ ਵੀ ਖਿਆਲ ਇਸ ਕਿਸਮ ਦੇ ਦੇ ਰਿਹਾ। ਉਹ ਨਾਲ ਦਾ ਸੱਜਣ ਨੂੰ ਹੌਸਲਾ ਦਿੰਦਾ। ਉਹ ਕਹਿੰਦਾ, ਨਹੀਂ ਆਪਾਂ ਇਕੱਠੀ ਜਰਨੀ ਸ਼ੁਰੂ ਕੀਤੀ, ਇਕੱਠੀ ਫਿਨਿਸ਼ ਕਰਾਂਗੇ। ਉਹ ਕਹਿੰਦਾ, ਇਟਸ ਵੈਰੀ ਹਾਰਡ ਟੂ ਵਾਕ ਇਨ ਦੈਟ ਵੇ, ਇਨ ਦਿਸ ਸਪੇਸ। ਐਂਡ ਸੈਕਿੰਡ ਥਿੰਗ, ਹਾਊ ਲੌਂਗ ਦਿਸ ਜਰਨੀ ਇਜ਼ ਫॉर ਅਸ। ਅਸੀਂ ਕਿੰਨੀ ਦੂਰ ਤੱਕ ਜਾਣਾ ਆ। ਉਹ ਕਹਿੰਦਾ ਕਿ ਆਪਾਂ ਕੋਈ ਇੱਕ ਕੋ ਅਰਾਊਂਡ 2.5 ਮਾਈਲ ਅਸੀਂ ਤੁਰ ਚੁੱਕੇ ਹਾਂ, ਐਂਡ ਅਰਾਊਂਡ 12-13 ਮਾਈਲਸ ਵੀ ਸਟਿਲ ਹੈਵ ਟੂ ਵਾਕ। ਉਹ ਤਾਂ ਉੱਥੇ ਬਹਿ ਗਿਆ। ਉਹ ਕਹਿੰਦਾ, ਨਾ ਇਟਸ ਨਾਟ ਪੋਸੀਬਲ। ਇਹ ਕਿਵੇਂ ਹੋ ਸਕਦਾ ਹੈ? ਕਮਾਲ ਇਹ ਹੈ ਕਿ ਅਜੇ ਤੇ ਇੱਕ ਕੋ ਵੀ ਨਹੀਂ ਤੁਰੇ ਤੇ ਥੱਕ ਗਏ ਆ। 12-13 ਕੋ ਹਾਲੇ ਹੋਰ ਤੁਰਨਾ। ਨੋ ਉਹ ਕਹਿੰਦਾ, ਨਹੀਂ ਐਕਚੁਅਲੀ ਨਾ, ਮੈਂ ਤੈਨੂੰ ਸੱਚੀ ਦੱਸਦਾ ਆ, we don't have to walk around 13 more co, ਪੰਜਾਬੀ ਦਾ ਵਰਡ ਹੈ ਵੈਸੇ। each co is actually having around 2.5 mile. ਸੋ ਦਾ ਮਤਲਬ ਇਹ ਹੈ ਕਿ ਅਰਾਊਂਡ 30 ਮਾਈਲ ਦਾ ਸਫ਼ਰ ਹੋ ਰਿਹਾ। ਵੀ we don't have to ਜਿਹੜਾ ਹੈਗਾ ਕੋਈ 30 ਮਾਈਲ ਅਸੀਂ ਜਾਣਾ ਆ, ਅਸੀਂ 15 ਮਾਈਲ ਹੀ ਜਾਣਾ ਸਾਰਾ। ਉਹ ਕਹਿੰਦਾ, be firm with me, you are giving wrong information. First you are saying we have only 30 miles to walk, and now you are saying only 12 and only 15 mile. How come? ਇੱਕ ਗੱਲ ਦੇ ਵਿੱਚ ਮੈਨੂੰ ਕਿਤੇ ਝੂਠ ਤੇ ਨਹੀਂ ਬੋਲ ਰਿਹਾ। ਉਹ ਕਹਿੰਦੇ, ਨਹੀਂ ਐਕਚੁਅਲੀ ਸਫ਼ਰ ਸਹੀ ਤਰੀਕੇ ਨਾਲ 30 ਮਾਈਲ ਹੈ, ਪਰ ਤੁਰਨਾ ਆਪਾਂ 15 ਮਾਈਲ ਹੈ। ਉਹ ਕਹਿੰਦਾ, ਹੁਣ ਤੂੰ ਹੋਰ ਕਨਫਿਊਜ਼ ਕਰਦਾ ਮੈਨੂੰ। ਉਹ ਕਹਿੰਦਾ, ਗੱਲ ਇਸ ਤਰ੍ਹਾਂ ਸੱਜਣਾ ਕਿ ਤੁਰਨਾ 15 ਮੀਲ ਇਸ ਤਰ੍ਹਾਂ ਹੈ ਕਿ 15 ਮੀਲ ਮੈਂ ਤੈਨੂੰ ਆਪਣੇ ਮੋਢਿਆਂ 'ਤੇ ਚੱਕ ਲਾਂਗਾ ਤੇ 15 ਮੀਲ ਮੈਂ ਤੁਰਾਂਗਾ।
15 मील तू मैनू मोढे ते चक लई तो तू 15 मील तुरेगा। मतलब 30 माइल का जिहड़ा वाक आ साडा, जिहड़ा साडी जर्नी है, वो 15 माइल तुर के डन हो जाएगी। वो तो उत्थे बैठ के उची उची रोन लग गया, बोलन लग गया, कहंदा भी आई थिंक यू आर मैड, आई थिंक यू आर टोटली आउट ऑफ माइंड, तू तो पागल है। इत्थे कल्ले दा तुरना औखा आ, तू मैनू कह रहा एक दूजे चक के तुरांगे, ये तो बहुत हार्ड आ, बड़ा कठिन है, बड़ा मुश्किल है। वो कहंदा नहीं नहीं, एक्चुअली मैं तेन होर चंगी तरह एक्सप्लेन करदा। इस तरह आ आप जे तो एवं चुप करके चुप कीते हुए तुरांगे तो औखा होएगा। आप दोवें गल्लां बातां करांगे, वी गोना हैव सम सॉर्ट ऑफ इंटरैक्शन ड्यूरिंग दिस वॉक, ड्यूरिंग दिस जर्नी। उहदे च इस तरह होएगा कि अद्धे राह तू गल पाई, तू कहानी पाई, तू गल्लां सुनाई, मैं हुंगारा भरांगा। अद्धे राह मैं गल सुनावांगा तेरे हुंगारे की उड़ीक दे विच। सो इस तरीके नाल एक दूजे नूं गल करदे, हुंगारा भरदे हुए असीं तुरांगे, सफ़र अद्धा रह जाएगा। जदों ये बात हुई तो पिछे सज्जन कोई दानिशमंद सुन रहा सीगा, उन्हें उच्ची आवाज़ दे के कहा, वो कहंदा सज्जनों बड़ी चंगी गल है, दिस इज रियली नाइस प्लान, बट लेट मी एक्चुअली क्लियर यू वन मोर थिंग। If you really don't want to miss your actually path or your way, then don't talk about anything else except your path which you are actually following or which you really want to complete or accomplish. सिर्फ ਇਹਦੀ ही गल करिया जे जिस राह ते जाना जे, किसी होर दी गल ना करिया जे। जे कोई होर बात पाओगे डिस्ट्रैक्ट हो जाओगे, भुल जाओगे, किते होर तुर जाओगे। एक चीज। दूसरी, ਜਿਹੜੀਆਂ इस राह दे च मुश्किलां, तकलीफां, पीड़ा, वेदन जो भी आना आ, ਉਹਦੇ बारे अपने आप ਨੂੰ ਤਿਆਰ ਕਰਿਆ ਜੇ, ਉਹਦੇ बारे भी गल करिया जे। दाने लोगों ने भी बचन किया आया, ਕਹਿੰਦੇ भी बंदे ਨੂੰ रखनी तो होप चाहिए हर चीज़ वास्ते, पर यह है ਕਹਿੰਦੇ होप फॉर बेस्ट, रेडी फॉर वर्स। होप चंगे तो चंगे दी रखो, पर तैयार अपने आप ਨੂੰ बहुत ज़्यादा मतलब नुकसानदेह, माड़ी तो माड़ी दुर्दशा वास्ते भी तैयार रखो। ये भी हालत हो भी सर्वाइव कर सकिए, भी बच सकिए। मैं बात कर रहा सी इस संसार दी। ये संसार पानी कहती, ये संसार तुम देखते, ये हर का रूप है, ये हरी का रूप आ। हर रूप नजरी आया, ये हरी का रूप नजर भी आ सकता है, नवाजिया भी जा सकता तेनों, पर गल ये है ये संसार कला हरी का रूप ही नहीं गा। ये विस संसार तुम देख दे, ये विस संसार भी है, जहर भी है, दोवें पक्ष ने। एक पासे क्या हरी का रूप है, दूजे पासे क्या विस रूप है, जहर रूप है, भाई दोवें चीज़ां ही ने। ये दुनिया जो जगत है, जो संसार है, जिहदे च असीं रह रहे वरत रहे हाँ, इहदे विच कुछ भी माड़ा नहीं तो कुछ भी चंगा नहीं। ये डिपेंड करता है साडी उहदे प्रति अप्रोच दी, साडी उहदे प्रति सोच दी, साडे उहदे प्रति नज़रिए दी। इन्हूं होर सरल करके बयान करने की ट्राई करदा, क्योंकि जिहड़े दो पदे ने अगे इन्हां च गुरु बाबा जी दी फर्दर सारी एक्सप्लेनेशन करते हैं। सपोज एक सिंपल एग्जाम्पल फिलोसफी च दी जाती है कि दो शार्पन एज ब्लेड एक कंपनी बना रही है। दोनों को बनाने वाले उत्थे मैन्युफैक्चर करने वाले जिहड़े हत्थ ने वो सेम ने, उन्होंने बनाया जाता है शार्पन एज ब्लेड्स नूं, नाइव्स नूं, ते उस तो बाद की होंदा है कि उन्होंने पैक किया जाता है। वो सेम कंपनी च बने ने, सेम हत्थां ने बनाए ने, सेम पैकिंग दे विच उस कंपनी तो बाहर निकले ने, उन्होंने बाहर कढ़िया गया। उन्होंने कोई रिटेल करने वास्ते एक शॉपकीपर बाय करके लै गया, इन एक्चुअली कैन से इन स्टॉक थोक दे विच। हुण इकट्ठे बने, इकट्ठे कोई स्टॉक दे विचों बाय करके लै गया, उन्होंने रिटेल ते जाके रख दिता। रिटेल ते जो सैल कर लगाया, उत्थों दो डिफरेंट इंडिविजुअल्स उन्होंने बाय करके लै गए। सेम शार्पन एज ऑब्जेक्ट्स, नाइव्स यू कैन से, ब्लेड्स यू कैन से, दोनों वखरे वखरे, सेम अमाउंट ऑफ मनी पे करके
ਹੁਣ ਦੋਨੋਂ ਜਦੋਂ ਲੈ ਗਏ ਨੇ, ਇੱਕ ਨੇ ਜਾ ਕੇ ਉਹ ਜਿਹੜਾ ਸ਼ਾਰਪਨਰ ਆਬਜੈਕਟ ਸੀਗਾ ਕਿਸੇ ਕੱਪੜੇ ਤੇ ਚਲਾਇਆ। ਜਦੋਂ ਕੱਪੜੇ ਤੇ ਚਲਾਇਆ ਤੇ ਉਸ ਨੂੰ ਸੋਸਾਇਟੀ ਨੇ ਪਕੜਿਆ ਤੇ ਉਹਨੂੰ 6 ਮਹੀਨੇ ਲਈ ਇੰਪ੍ਰਿਜ਼ਨਮੈਂਟ ਕਰ ਦਿੱਤੀ ਹੈ, ਸਜ਼ਾ ਕਰਤੀ ਹੈ। ਦੂਸਰਾ ਸੇਮ ਸ਼ਾਰਪਨਰ ਬਲੇਡ ਜਿਹੜਾ ਇੰਡੀਵਿਜੂਅਲ ਲੈ ਕੇ ਗਿਆ, ਉਹਨੇ ਕਿਸੇ ਦੇ ਬੋਡੀ ਤੇ ਸਕਿਨ ਤੇ ਚਲਾਇਆ, ਇਸ ਤਰੀਕੇ ਨਾਲ ਮਾਸ ਤੇ। ਤੇ ਜਿੱਥੇ ਮਾਸ ਤੇ ਚਲਾਇਆ ਆ, ਇਤਨਾ ਜ਼ਿਆਦਾ ਉਹ ਗਹਿਰਾ ਚਲਾ ਦਿੱਤਾ, ਉਹਦੀ ਮੌਤ ਹੋ ਗਈ। ਸੋਸਾਇਟੀ ਨੇ ਉਸ ਨੂੰ ਵੱਡਾ ਅਮਾਉਂਟ ਦਿੱਤਾ ਪੇ ਦੇ ਰੂਪ ਦੇ ਵਿੱਚ, ਬਲਕਿ ਉਹਨੂੰ ਵਕਤ ਪਾ ਕੇ ਕੁਝ ਰਿਵਾਰਡ ਦਿੱਤੇ, ਉਹਨੂੰ ਰਿਸਪੈਕਟ ਦਿੱਤੀ ਬੇਤਹਾਸ਼ਾ। ਹੁਣ ਇੱਥੇ ਬੰਦਾ ਸਵਾਲ ਇਹ ਪੁੱਛਦਾ ਆ, ਹਾਊ ਕਮ ਇੱਕੋ ਥਾਂ ਤੋਂ 2 ਬਲੇਡ ਬਣੇ ਨੇ, ਇੱਕੋ ਹੱਥਾਂ ਨੇ ਬਣਾਏ ਨੇ, ਇੱਕੋ ਮੈਟਲ ਦੇ ਬਣੇ ਨੇ, ਇੱਕੋ ਜਿੰਨੀ ਪ੍ਰਾਈਜ਼ ਪੇ ਕਰਕੇ 2 ਇੰਡੀਵਿਜੂਅਲ ਲੈ ਗਏ ਨੇ, ਦੋਨਾਂ ਨੇ ਉਹਨੂੰ ਯੂਜ਼ ਕੀਤਾ। ਇੱਕ ਨੇ ਕੱਪੜੇ ਤੇ ਚਲਾਇਆ, ਉਸ ਨੂੰ ਸਜ਼ਾ ਕਰ ਦਿੱਤੀ ਕਿ ਜੇਲ੍ਹ ਹੋ ਗਈ ਹੈ। ਇੱਕ ਨੇ ਮਾਸ ਤੇ ਚਲਾਇਆ, ਬੰਦਾ ਮਰ ਗਿਆ, ਤਨਖਾਹ ਦਿੱਤੀ ਕਿ ਉਹਨੂੰ ਅਮਾਊਂਟ ਦਿੱਤਾ, ਕਿ ਰਿਸਪੈਕਟ ਪੇ ਕੀਤੀ ਗਈ ਹੈ। ਹੁਣ ਤਾਂ ਦੂਸਰਾ ਪੱਖ ਦਾ ਟਵਿਸਟ ਹੈ ਇਹਦੇ ਵਿੱਚ, ਜਿਹੜਾ ਕਹਾਣੀ ਦੇ ਵਿੱਚ ਉਹ ਕਹਿੰਦੇ ਜਿਹੜਾ ਸ਼ਖਸ ਲੈ ਕੇ ਗਿਆ ਸੀ ਉਸ ਸ਼ਾਰਪਨਰ ਆਬਜੈਕਟ ਨੂੰ, ਨੇ ਕਿਸੇ ਦੇ ਕੱਪੜੇ ਤੇ ਚਲਾਇਆ, ਉਹ ਕੌਣ ਸੀਗਾ? ਉਹ ਜੇਬ ਕਤਰਾ ਸੀ। ਉਹ ਇੱਕ ਚੋਰ ਸੀਗਾ, ਉਹਨੇ ਕਿਸੇ ਦੀ ਜੇਬ ਕੱਟਣ ਵਾਸਤੇ ਕੱਪੜੇ ਤੇ ਚਲਾਇਆ। ਬਾਏ ਚਾਂਸ ਸ਼ਖਸ ਨੇ ਵੇਖ ਲਿਆ, ਉਹਨੇ ਬਾਂਹ ਫੜ ਲਈ, ਉਹਨੇ ਚੁੱਕ ਕੇ ਪੁਲਿਸ ਨੂੰ ਫੜਾ ਦਿੱਤਾ, ਉਹਨੂੰ ਸਜ਼ਾ ਹੋ ਗਈ, ਜੇਲ੍ਹ ਹੋ ਗਈ। ਦੂਸਰਾ ਜਿਹੜਾ ਸੇਮ ਉਸੇ ਕਿਸਮ ਦਾ ਆਬਜੈਕਟ ਸ਼ਾਰਪਨਰ ਆਬਜੈਕਟ ਖਰੀਦ ਕੇ ਲੈ ਗਿਆ ਹੈ, ਉਹ ਸ਼ਖਸ ਕੋਈ ਸਰਜਨ ਹੈ, ਡਾਕਟਰ ਹੈ, ਉਸਨੇ ਉਹਨੂੰ ਸਰਜਰੀ ਵਾਸਤੇ ਯੂਜ਼ ਕਰਨਾ ਆ। ਉਸਨੇ ਕਿਸੇ ਦੇ ਸਰਜਰੀ ਕਰਨ ਵਾਸਤੇ ਉਹਨੂੰ ਚਲਾਇਆ। ਡਿਊਰਿੰਗ ਦਾ ਸਰਜਰੀ ਉਹ ਬੰਦਾ ਸਰਵਾਈਵ ਨਹੀਂ ਕਰ ਸਕਿਆ, ਉਹਦੀ ਡੈਥ ਹੋ ਗਈ। ਪਰ ਸੋਸਾਇਟੀ ਉਹਨੂੰ ਤਨਖਾਹ ਦੇ ਰਹੀ ਹੈ, ਰਿਸਪੈਕਟ ਦੇ ਰਹੀ ਹੈ। ਕਿਉਂ? ਕਿਉਂਕਿ ਦੋਵਾਂ ਦੇ ਕੰਮ ਕਰਨ ਦੇ ਜਿਹੜਾ ਪਿੱਛੇ ਉਹਦੇ ਭਾਵਨਾ ਆ, ਜਿਹੜੀ ਇੰਟੈਂਸ਼ਨ ਆ, ਉਹਨੂੰ ਧਿਆਨ ਵਿੱਚ ਰੱਖਿਆ ਜਾਏਗਾ। ਇੱਕ ਦੀ ਇੰਟੈਂਸ਼ਨ ਕਿਸੇ ਦਾ ਨੁਕਸਾਨ ਕਰਨਾ ਆ, ਭਾਵੇਂ ਉਹ ਫਾਈਨੈਂਸ਼ੀਅਲੀ ਹੈ। ਇੱਕ ਦੀ ਇੰਟੈਂਸ਼ਨ ਕਿਸੇ ਹੋਰ ਦੇ ਮਾਲ ਨੂੰ ਲੁੱਟਣਾ ਆ। ਇੱਕ ਦੀ ਇੰਟੈਂਸ਼ਨ ਕਿਸੇ ਦੀ ਜ਼ਿੰਦਗੀ ਬਚਾਉਣੀ ਹੈ, ਭਾਵੇਂ ਉਹ ਮਰ ਹੀ ਗਿਆ ਬਿਨਾਂ ਸ਼ੱਕ, ਭਾਵੇਂ ਬਲੱਡ ਨਿਕਲ ਰਿਹਾ, ਪਰ ਇੰਟੈਂਸ਼ਨ ਉਹਦੀ ਇਹ ਹੈ, ਭਾਵਨਾ ਉਹਦੀ ਇਹ ਹੈ, ਇਹਨੂੰ ਬਚਾਉਣਾ ਆ। ਇਹ ਸੰਸਾਰ ਇਸ ਤਰੀਕੇ ਦਾ ਆ। ਇਹਦੇ ਵਿੱਚ ਅੱਛਾਈ, ਬੁਰਿਆਈ, ਚੰਗਿਆਈ ਜੋ ਕੁਝ ਵੀ ਹੈ, ਇਹ ਤੁਹਾਡੇ ਐਕਸ਼ਨਸ ਦੇ ਵਿੱਚੋਂ ਆਉਂਦੀ ਹੈ, ਪਰ ਐਕਚੁਅਲੀ ਇਹਦੇ ਪਿੱਛੇ ਭਾਵ ਕੀ ਹੈ, ਇੰਟੈਂਸ਼ਨ ਕੀ ਹੈ ਤੁਹਾਡੀ। ਮਾਂ ਬੱਚੇ ਨੂੰ ਘੂਰਦੀ ਹੈ, ਝਿੜਕਦੀ ਹੈ, ਉਹਨੂੰ ਕਈ ਵਾਰ ਕਿੰਨਾ ਕੁਛ ਕਹਿ ਦਿੰਦੀ ਹੈ। ਇਹਦਾ ਮਤਲਬ ਬੁਰੀ ਹੈ। ਉਹ ਕਹਿ ਵੀ ਦਿੰਦੇ ਬੱਚੇ, ਯੂ ਆਰ ਵੈਰੀ ਬੈਡ ਮॉम, ਆਈ ਡੋਂਟ ਲਾਈਕ ਯੂ, ਆਈ ਹੇਟ ਯੂ। ਲੌਂਗ ਰਨ ਜਾ ਕੇ ਪਤਾ ਲੱਗਦਾ ਹੈ ਨੋ ਐਕਚੁਅਲੀ ਉਹਦਾ ਤੇ ਸਾਰਾ ਕਾਰਜ ਹੀ ਮੈਨੂੰ ਸਵਾਰਨ ਦਾ ਸੀ, ਮੈਨੂੰ ਬਣਾਉਣ ਦਾ ਸੀ, ਮੈਨੂੰ ਸਹੇਜਣ ਦਾ ਸੀ। ਇੱਕ ਸ਼ਖਸ ਚਾਹੁੰਦਾ ਆ ਮੈਂ ਕੁਛ ਨਾ ਕੁਛ, ਸਪੋਜ਼ ਕਰੋ ਇਹਨਾਂ ਦਿਨਾਂ ਦੇ ਵਿੱਚ ਮੈਂ ਰੀਸੈਂਟਲੀ ਇੱਥੋਂ ਦੀ ਐਗਜ਼ਾਮਪਲ ਦਿੰਦਾ ਆ। ਕਿਤੇ ਮੈਨੂੰ ਇੱਕ ਛੋਟਾ ਜਿਹਾ ਅਮਾਊਂਟ ਵਾਇਰ ਟ੍ਰਾਂਸਫਰ ਰਾਹੀਂ ਕਿਤੇ ਕੈਨੇਡਾ 'ਚ ਕਿਸੇ ਨੂੰ ਭੇਜਣਾ ਪਿਆ। ਵੈਰੀ ਰੀਸੈਂਟਲੀ ਹੋਇਆ ਮੇਰੇ ਖੁਦ ਐਕਸਪੀਰੀਅੰਸ ਦੇ ਵਿੱਚ। ਉਹ ਮੈਂ ਅਮਾਊਂਟ ਖੁਦ ਜਾ ਕੇ ਸਾਈਨ ਕੀਤਾ, ਮੈਂ ਭੇਜਤਾ ਹੈ। ਉਹਨਾਂ ਨੇ ਟ੍ਰਾਂਸਫਰ ਨਹੀਂ ਕੀਤਾ, ਉਹਨਾਂ ਨੇ ਅਮਾਊਂਟ ਹੋਲਡ ਕਰ ਲਿਆ। ਬਹੁਤ ਜ਼ਿਆਦਾ ਅਮਾਊਂਟ, ਛੋਟਾ ਜਿਹਾ ਅਮਾਊਂਟ ਸੀਗਾ ਜੇ ਹਾਲੇ, ਤੇ ਅਮਾਊਂਟ ਹੋਲਡ ਕਰ ਲਿਆ। ਤੇ ਹੋਲਡ ਕਰਨ ਤੋਂ ਬਾਅਦ ਮੈਨੂੰ ਕਾਲ ਆਈ, ਕਾਲ ਆ ਕੇ ਕਹਿਣ ਲੱਗੇ ਕਿ ਭਾਈ ਤੁਹਾਡਾ ਅਮਾਊਂਟ ਹੈ ਇਸ ਤਰੀਕੇ ਨਾਲ, you are sending this amount to this individual and I want to confirm, are you sure you really want to transfer this amount? ਮੈਨੂੰ ਲੱਗਾ ਕੋਈ ਫਿਸ਼ੀ ਕਾਲ ਆ, ਐਵੇਂ ਹੈ, ਅੱਜ ਕੱਲ੍ਹ ਕਾਲਾਂ ਆਉਂਦੀਆਂ ਨੇ ਇਸ ਤਰੀਕੇ ਦੀਆਂ। ਮੈਂ ਕਿਹਾ ਇਹ ਬੰਦਾ ਐਵੇਂ, ਮੈਨੂੰ ਲੱਗਦਾ ਕਿਤੇ ਅੱਜ ਕੱਲ੍ਹ ਕੀ ਪਤਾ ਲੱਗਦਾ ਸਾਰਾ ਡਾਟਾ ਲੀਕ ਹੋ ਜਾਂਦਾ, ਕੋਈ ਡਾਟਾ ਲੀਕ ਹੋ ਗਿਆ, and I don't want to actually give my privacy to any individual, so that's why I deny to give any information and I avoid that call. What happened? ਭਾਈ ਫਿਰ ਦੁਬਾਰਾ ਅਗਲੇ ਦਿਨ ਫਿਰ ਕਾਲ ਆ ਗਈ। ਜਿਸ ਨੂੰ ਮੈਂ ਭੇਜਿਆ ਹੈ ਉਹ ਸ਼ਖਸ ਦੀ ਵਾਪਸ ਕਾਲ ਆਈ, ਕਹਿੰਦੇ ਕਿ ਉਹ ਤੁਸੀਂ ਕਿਹਾ ਸੀਗਾ ਤਾਂ ਉਹ ਅਮਾਊਂਟ ਪਹੁੰਚਿਆ ਨਹੀਂਗਾ। ਮੈਂ ਬੈਂਕ ਵਾਲੇ ਕੋਲ ਗਿਆ, ਉਹ ਕਹਿੰਦੇ ਹਾਂ ਜੀ ਉਹ ਬੈਂਕ ਦਾ ਅਮਾਊਂਟ ਅਸੀਂ ਹੋਲਡ ਕਰ ਲਿਆ, ਅਸੀਂ ਭੇਜਿਆ ਨਹੀਂ।
मैं हुण थोड़ा गुस्से भी होवांगा उन्होंने कि भाई why didn't you do that? You know, that was the important thing. That's why I came here. I did, actually in this COVID situation, how it takes a long time to come here and do all that stuff. Okay, we accept your whole aggression, whole your actually frustration. But please, can you accept our apology too? After listening our actually side. मैं कहा जी दसो. वो कहते गल ये है, we are doing all that for your safety. ਅਸੀਂ ਇਹ ਨਹੀਂ ਚਾਹੁੰਦੇ ਐਕਸੀਡੈਂਟਲੀ ਬਾਏ ਚਾਂਸ ਕਿ ਤੂੰ ਅਮਾਊਂਟ ਸਾਈਨ ਕਰਤਾ ਕੁਛ ਕਰਤਾ ਤੇਰੇ ਅਮਾਊਂਟ ਚੋਂ ਤੇਰੇ ਬੈਂਕ ਚੋਂ ਅਕਾਊਂਟ ਚੋਂ ਇੰਨਾ ਅਮਾਊਂਟ ਚਲਾ ਗਿਆ. ਯੂ ਗੋਨਾ ਸਫਰ ਫਰਮ ਦੈਟ ਐਂਡ ਵੀ ਡੋਂਟ ਵਾਂਟ ਐਕਚੁਅਲੀ ਐਨੀ ਸਫਰਿੰਗ ਫॉर ਆਵਰ ਕਸਟਮਰਸ. ਦੇਖੋ ਤੁਸੀਂ, ਸਾਨੂੰ ਲੱਗਦਾ ਆ ਕੁਛ ਚੀਜ਼ਾਂ ਅਸੀਂ ਆਪ ਕਰਨ ਲੱਗੇ ਹਾਂ, ਹੋ ਰਹੀਆਂ ਨੇ, ਅਸੀਂ ਈਜ਼ੀਲੀ ਕਰ ਸਕਦੇ ਹਾਂ, ਪਰ ਉਹਦੇ ਵਿੱਚ ਕਈ ਵਾਰੀ ਹਰਡਲਸ ਆਉਂਦੇ, ਹਰਡਲਸ ਪੈਂਦੇ, ਕੋਈ ਇੰਟੈਂਸ਼ਨਲੀ ਪਾਉਂਦਾ ਹਰਡਲਸ. ਅਸੀਂ ਤੰਗ ਹੁੰਦੇ, ਅਸੀਂ ਕਹਿੰਦੇ ਕਿਉਂ ਹੋ ਰਿਹਾ? ਉਹ ਸਾਨੂੰ ਬਚਾਉਣ ਵਾਸਤੇ ਹੈ. ਵਿਲੰਬ ਪਾਪੰ, ਪਾਪਾਂ ਤੋਂ ਵਿਲੰਬ ਪਾਇਆ ਜਾ ਰਿਹਾ ਹੈ, ਰੋਕਿਆ ਜਾ ਰਿਹਾ ਹੈ. ਪਰ ਕਈ ਵਾਰ ਬੰਦਾ ਉਹਨਾਂ ਵਿਲੰਬ ਨੂੰ ਧਿਆਨ ਹੀ ਨਹੀਂ ਦਿੰਦਾ. ਜਿਹਨੂੰ ਮੈਂ ਹੋਰ ਸਿੰਪਲ ਕਰਕੇ ਬਿਆਨ ਕਰਾਂ, ਜਿੰਨੀ ਪਾਠ ਆ, ਆਰਾਧਨਾ ਆ, ਸਿਮਰਨ ਆ, ਸਭ ਕੁਝ ਤੁਹਾਡੇ ਮਨ ਦੀ ਜਿਹੜੀ ਖੁਰਾਫਾਤ ਅਵਸਥਾ ਆ, ਜਿਹੜੀ ਮਿਜ਼ਰੇਬਲ ਸਟੇਟ ਆਫ ਮਾਈਂਡ ਆ, ਉਸ ਨੂੰ ਦਰੁਸਤ ਕਰਨ ਵਾਸਤੇ ਆ, ਉਸ ਨੂੰ ਕਰੈਕਟ ਕਰਨ ਵਾਸਤੇ, ਉਸ ਨੂੰ ਰੋਕਣ ਵਾਸਤੇ ਆ. ਤੇ ਕਈ ਵਾਰ ਐਸਾ ਵੀ ਹੁੰਦਾ ਹੈ, ਬੰਦਾ ਕਹਿੰਦਾ ਹੈ ਆ ਪਾਠ ਕਰਨਾ ਹੀ ਛੱਡੋ, ਇਹਦੇ ਕਰਕੇ ਇਹੋ ਜਿਹੀਆਂ ਰਾਵਾਂ ਆਉਂਦੀਆਂ ਨੇ, ਮੈਂ ਆ ਕੰਮ ਨਹੀਂ ਕਰ ਪਾਉਂਦਾ. ਬੜੇ ਲੋਕ ਇਹੋ ਜਿਹੇ ਹੈਗੇ ਸੱਜਣ, ਮੈਂ ਕੁਝ ਸੱਜਣ ਇਸ ਤਰੀਕੇ ਦੇ ਖੁਦ ਬਸਾਤੇ ਖੁਦ ਜਾਣਦਾ ਹਾਂ. ਸ਼ਾਮ ਦੇ ਸਮੇਂ ਥੋੜ੍ਹਾ ਬਹੁਤਾ ਕੋਈ TV 'ਤੇ ਪ੍ਰੋਗਰਾਮ ਦੇਖਦੇ ਸੀ, ਕਿਸੇ ਤਰੀਕੇ ਨਾਲ ਕਈ ਵਾਰ ਗੁਰਬਾਣੀ ਪ੍ਰੋਗਰਾਮ ਵੀ ਦੇਖ ਲੈਣਾ. ਇੱਕ ਦੋ ਵਾਰ ਕਿਤੇ ਕਥਾ ਸੁਣੀ, ਸ਼ਰਾਬ ਦੇ ਬਾਬਤ ਗੱਲ ਹੋ ਗਈ, ਅਤੇ ਉਸ ਵਕਤ ਖੁਦ ਬੰਦਾ ਪਿਆਲੀ ਲਗਾ ਰਿਹਾ, ਉਹ ਕਹਿੰਦਾ ਪਹਿਲਾਂ ਤਾਂ ਇਹਨੂੰ ਬੰਦ ਕਰੋ, ਦੱਸੋ ਇਹ ਕਿਹੜੀ ਗੱਲ ਹੋ ਰਹੀ ਹੈ, ਤੇ ਠੀਕ ਨਹੀਂ ਹੈਗਾ. ਹੁਣ ਇਹ ਜਿਹੜੀ ਚੀਜ਼ ਆ, ਐਕਚੁਅਲ ਲੈਵਲ 'ਤੇ ਬੰਦੇ ਨੇ ਉਸ ਚੀਜ਼ ਦੇ ਪਿੱਛੇ ਪਈ ਹੋਈ ਇੰਟੈਂਸ਼ਨ ਨਹੀਂ ਦੇਖੀ, ਬਲਕਿ ਉਹਦਾ ਜਿਹੜਾ ਐਕਟ ਸੀਗਾ ਉਹਦੇ ਉੱਤੇ ਧਿਆਨ ਦਿੰਦਿਆਂ ਹੋਇਆਂ ਉਸ ਚੀਜ਼ ਤੋਂ ਬਾਹਰ ਨਿਕਲ ਗਿਆ. ਇਹਦੇ ਨਾਲ ਵਕਾਰ ਜਿੱਤਦੇ ਨੇ, ਇਹਦੇ ਨਾਲ ਬਿਮਾਰੀ ਜਿੱਤਦੀ ਹੈ, ਇਹਦੇ ਨਾਲ ਅਲਾਮਤ ਜਿੱਤਦੀ ਹੈ. ਗੁਰੂ ਬਾਬਾ ਜੀ ਸਾਨੂੰ ਅਵੇਅਰ ਕਰਦੇ ਉਹਨਾਂ ਇਸ਼ੂਜ਼ ਦੇ ਬਾਰੇ, ਜਿਹੜੇ ਇਸ਼ੂ ਦੇ ਸੰਸਾਰ ਦੇ ਵਿੱਚ ਆ ਕੇ ਸਾਨੂੰ ਬੁਰੇ ਬਣਾਉਂਦੇ, ਸੰਸਾਰ ਨੂੰ ਬੁਰਾ ਬਣਾਉਂਦੇ. ਮੈਂ ਕਿਹਾ ਸੰਸਾਰ ਤੇ ਅੰਮ੍ਰਿਤ ਰੂਪ ਆ, ਪਰ ਆਪਾਂ ਆਪਣੇ ਐਕਟ ਦੇ ਨਾਲ ਜ਼ਹਿਰ ਬਣਾਤਾ. ਆਪਾਂ ਉਸ ਰੂਪ ਦੇ ਵਿੱਚ, ਗੁਰੂ ਬਾਬਾ ਜੀ ਕਹਿੰਦੇ ਇਹ ਪੋਸੀਬਿਲਿਟੀ ਹੈ, ਇਹ ਜਿਹੜਾ ਸੰਸਾਰ ਤੂੰ ਦੇਖ ਰਿਹਾ ਵਿਸ ਹੋ ਸਕਦਾ, ਜ਼ਹਿਰ ਹੋ ਸਕਦਾ ਹੈ, ਤੇਰੀ ਜ਼ਿੰਦਗੀ ਬਰਬਾਦ ਤੇ ਤਬਾਹ ਹੋ ਸਕਦੀ ਹੈ. ਇਸ ਸਾਰੇ ਨੂੰ ਗੁਰੂ ਬਾਬਾ ਜਿਹੜਾ ਸ਼ਬਦ ਲਿਖਿਆ ਨਾ, ਇਹ ਜੱਗੋ ਦੁੱਤਰ, ਔਖਾ ਬਹੁਤ ਹੈ ਭਾਈ, ਤਰਿਆ ਨਹੀਂ ਜਾ ਸਕਦਾ. ਆਮ ਹਾਲਤਾਂ ਦੇ ਵਿੱਚ ਜਿਹੜੀਆਂ ਹਿਊਮਨ ਵੀਕਨੈਸਿਸ ਨੇ, ਇਹ ਸਾਡੀ એનર્ਜੀ ਤੇ ਓਵਰਲੈਪ ਕਰ ਜਾਂਦੀਆਂ ਨੇ, ਸਾਡੀ ਅੱਛਾਈ ਚੰਗਿਆਈ ਨੂੰ ਰੋਕ ਜਾਂਦੀਆਂ ਨੇ, ਸਾਡੇ ਵਿੱਚੋਂ ਬੁਰਾਪਨ ਹੀ ਉਜਾਗਰ ਹੋਣਾ ਸ਼ੁਰੂ ਹੋ ਜਾਂਦਾ ਹੈ. ਇਹਨੂੰ ਸਾਹਿਬ ਨੇ ਕਿਹਾ ਇਹ ਜੱਗੋ ਦੁੱਤਰ, ਮਨਮੁਖ ਪਾਰ ਨਾ ਪਾਈ ਰਾਮ. ਜਿਹੜਾ ਮਨ ਦਾ ਮੁਰੀਦ ਆ ਉਹ ਨਹੀਂ ਪਾਰ ਜਾ ਸਕਦਾ, ਉਹ ਤਾਂ ਡੁੱਬੇਗਾ, ਗਰਕ ਹੋਏਗਾ ਪੱਕਾ. ਕਿਉਂਕਿ ਅੰਗਰੇਜ਼ੀ ਦੀ ਸੇਇੰਗ ਹੈ, garbage in garbage out. If we really want to see some kind of changes, some kind of transformation in our life, some kind of you can say betterment in our lives, then we have to learn, we have to pay attention toward good educational side, toward make some changes in our lives. तो चेंजेस ਤਾਂ ਹੀ ਮੇਕਸ ਕਰ ਸਕਾਂਗੇ ਜੇ ਆਪਾਂ ਆਪਣੀਆਂ ਵੀਕਨੈਸ, ਬੈਡ ਡੀਡਸ ਨੂੰ ਦੇਖਾਂਗੇ. ਭਾਈ ਆਹ ਚੀਜ਼ ਹੈ, ਇਹਦੀ ਜਗ੍ਹਾ 'ਤੇ ਆ ਗੁੱਡ ਡੀਡ ਲੈ ਕੇ ਆਉਣਾ ਆ. ਭਾਈ ਆਹ ਮੇਰੀ ਹੈਬਿਟ ਆ, ਇਹਨੂੰ ਕਿਸੇ ਤਰੀਕੇ ਦੇ ਨਾਲ ਰਿਪਲੇਸ ਕਰਨਾ ਹੈ ਇਸ ਹੈਬਿਟ ਦੇ ਨਾਲ. ਸੋ ਇਹ ਚੀਜ਼ਾਂ ਮਨ ਕਹਿੰਦਾ ਨੋ ਯੂ ਡੋਂਟ ਹੈਵ ਐਨੀ ਇਸ਼ੂ. ਬਾਕੀ ਸਾਰਿਆਂ 'ਚ ਪ੍ਰੋਬਲਮਸ ਹੈਗੀਆਂ ਨੇ, ਉਹਨਾਂ ਦੇ ਇਸ਼ੂਜ਼ ਨੇ, ਤੇਰਾ ਕੋਈ ਇਸ਼ੂ ਨਹੀਂ ਹੈਗਾ. ਮਨਮੁਖ ਇਹ ਹੁੰਦਾ ਆ, ਮਨਮੁਖ ਕਹਿੰਦਾ ਵੀ ਮੇਰੀ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ. ਸੌਰੀ ਟੂ ਸੇ, ਮੈਂ ਕਈ ਵਾਰ ਦੇਖਦਾ ਸੱਜਣ ਮਿੱਤਰ ਇਹੋ ਜਿਹੇ ਮਿਲ ਜਾਂਦੇ, ਕਹਿੰਦੇ ਜੀ ਬਸ ਕੀ ਦੱਸੀਏ ਤੁਹਾਨੂੰ, ਬਸ ਨਾ ਅੱਜ ਤਾਂ ਕਿਸਮਤ ਹੀ ਮਾੜੀ ਸੀ. ਮਤਲਬ ਕੀ ਹੋਇਆ? ਉਹ ਥੋੜ੍ਹੀ ਸਪੀਡਿੰਗ ਕਰ ਰਿਹਾ ਸੀ, ਉਹ ਤੇ ਆ ਰਿਹਾ ਸੀਗਾ,
पुलिस वाले ने रोकिया, टिकट दे दी। मैं क्या थैंक गॉड, तुसी किस्मत नूं कह रहे हो किस्मत माड़ी, तुसी ये नहीं कहा पुलिस वाला बड़ा माड़ा सीगा। He wasn't or she wasn't doing his job properly. एटलीस्ट सिस्टम ਨੂੰ ਤੁਸੀਂ ਕਿਹਾ ਵੀ ਇਸ ਤਰੀਕੇ ਨਹੀਂ ਤੇ ਲੋਕੀ ਇਹੋ ਜਿਹੇ ਮਿਲਦੇ ਜਿਹੜੇ ਕਹਿੰਦੇ ਵੀ ਕੋਈ ਹਾਲ ਨਹੀਂ ਗਾ ਇੱਥੇ ਤੇ ਉਹ ਐਵੇਂ ਪੁਲਿਸ ਵਾਲਾ ਖੜਾ ਸੀ ਉੱਤੇ 50 ਦੇ ਜ਼ੋਨ ਦੇ ਵਿੱਚ ਮੈਂ ਮਾੜਾ ਜਿਹਾ ਬਸ 70 ਤੇ ਗਿਆ ਜੀ ਬਸ ਟਿਕਟ ਦੇਤੀ ਦੈਟਸ ਮਤਲਬ ਬੰਦਾ ਇਹ ਮਨਮੁਖਤਾ ਆ ਉਹ ਭਲੇ ਬੰਦੇ ਧਿਆਨ ਦੇ ਯੂ ਹੈਵ ਟੂ ਵਰਕ ਔਨ ਯੂਰ ਓਨ ਹੈਬਿਟਸ ਤੂੰ ਕਿਸੇ ਸਾਈਨ ਨੂੰ ਓਬੇ ਨਹੀਂ ਕਰ ਰਿਹਾ तू किसी लीगल सिस्टम में रह के उन्हें फॉलो नहीं कर रहा एग्जैक्टली ये चंदा है एथिकली अपने आप को बाउंड करना किसी चीज़ बाबत प्रिंसीपल साइड तो बाउंड करना फिर इत्थे बैड डीड्स नहीं आ सकते पर मन मुख कहता है नहीं नहीं मेरे च कमी कोई नहीं आई एम टोटली परफेक्ट आई एम वट एवर आई एम डूइंग इट्स टोटली नॉर्मल या कुछ प्रॉब्लम बाहरों आ रही है बाहरों ट्रबल आ रही उस करके गुरु बाबा जी ने कहा यह जगो दुत्तर हुंदा ही संसार दुत्तर उदों जो मनमुख हो गया उदों तरया नहीं जा सकता क्योंकि जिथे वीकनेस है जिथे प्रॉब्लम है जिथे किसी किस्म दे उन्होंने ट्रांसफर करने की लोड़ है तब्दील करने की लोड़ है वो तो बंदा काम ही नहीं कर रहा उत्थे वो तो कहता उत्थे टेंशन ही पे करने की लोड़ नहीं हैगी बाबा जी ने कहा यह जगो दुत्तर मनमुख पार न पाई राम फिर महाराज कहते अंतरे हौमय ममता अंदर की गल हो रही होना अंतरे हौमय ममता वैसे इन्होंने दोनों टीकाकारण डिफरेंट वे नाल भी ट्रांसलेट किया है पर जे आप सिंपल वे नाल देखिए हौमय ममता हौमय ये वड्डा रोग आ दीर्घ रोग आ अलामत आ कोई सानू शीशा विखा दे कोई कहे तेरे चा कमजोरी है सब तो पहला तो हौमय जिहड़ी है वो सट लगती है बंदा कहता भी दैट्स नॉट गुड ईवन अज की तारीख भी कहा जाता है किसी का इलाज भी करना हो बड़े तरीके नाल करो गुरु साहब ने तो बहुत वधिया तरीका सिखाया गुरु साहब तो सारी गल ही अपने ते टुकाई जाते दूजे नूं समझाउण वास्ते भाई हम नहीं चंगे बुरा नहीं कोई बाबा जी तुहाडे तो चंगा कौन हो सकता है वो सानू समझ आ जाए ਜਿਹੜੇ ਅਸੀਂ ਕਹਿੰਦੇ ਅਸੀਂ ਤੇ ਬੜੇ ਚੰਗੇ ਆ ਜੀ ਸਾਰੇ ਲੋਕਾਂ ਨਾਲੋਂ ਚੰਗੇ ਆ ਅਸੀਂ ਤੁਹਾਨੂੰ ਦੱਸੀਏ ਲੋਕ ਸਾਰੇ ਮਾੜੇ ਨੇ ਅਸੀਂ ਬਹੁਤ ਚੰਗੇ ਆ ਪਰ ਫਿਰ ਵੀ ਚੰਗਿਆਂ ਨੂੰ ਪ੍ਰੋਬਲਮ ਉਹ ਭਲੇ ਬੰਦੇ ਬਾਣੀ ਇਹ ਕਹਿ ਰਹੀ ਹੈ ਬੁਰਾਈ ਹੈ ਕਿਤੇ ਨਾ ਕਿਤੇ ਦਿੱਕਤ ਹੈ ਤਕਲੀਫ ਹੈ ਜਿਹੜੀ ਉਹ ਦੱਸ ਰਹੀ ਹੈ ਯੂ ਹੈਵ ਟੂ ਵਰਕ ਔਨ ਯੂਰ ਸੈਲਫ ਬੰਦਾ ਕਹਿੰਦਾ ਨਹੀਂ ਮੈਨੂੰ ਥੋੜੀ ਪ੍ਰੋਬਲਮ ਹੈ ਕੋਈ ਬਾਬਾ ਜੀ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ भले बंदे दूजिया च बुराइयां लभदा फिरदा जिन्होंने सूफिया ने कहा सीगा कि जब अपने गुनाहों की ना थी खबर रहे औरों के देखते ऐबो हुनर जो अपने उत्ते अपने गुनाहां दी बंदे नूं पर्दा लाया उन्होंने कहा मेरा तो कुछ नहीं दिसदा मैं तो बिल्कुल ठीक हाँ उदों सारा संसार बुरा लगता है संसार माड़ा लगता कुछ लगता जब अपने गुनाहों की ना थी खबर रहे औरों के देखते ऐबो हुनर जब अपने गुनाहों पे पड़ गई नजर तो नजर में कोई भी बुरा ना रहा नजर दा बुरियार पुना लै गया उदों जो अपने वल देखा हो एक ही बन गया हुंदा ये है हौमै जिन्होंने साहब ने इस तरह में बयान किया सीगा कि साकत हर साधना जानिया तिन अंतर हौमै कंडा है ज्यों ज्यों चला चुभे दुख पावे जमकाल सह सिर डंडा है आ शब्द बिल्कुल उत्थे लैके जाएगा सन जिन्हों क्या साकत हर रस साध ना जाने साकत नूं हरी दे रस दे प्याले भर के दिओ इस तरीके नाल ओनू टेस्ट भी नहीं कर सकता क्यों नहीं कर सकता क्योंकि हरी दा रस कहंदा है अपने आप नूं ठीक करना है ओनू हौमै दा कंडा चुभदा वो कहंदा नहीं नहीं हौमै अपने आप विच चुभन पैदा करती है कदी आपने देखा होए ਜਦੋਂ ਕਿਸੇ ਸਪੋਜ਼ ਕਰੋ ਸਰੀਰ ਦੇ ਅੰਗ ਦੇ ਵਿੱਚ ਪਸ ਪੈ ਜਾਏ ਪਾਣੀ ਪੈ ਜਾਏ ਉੱਥੇ ਚੀਜ਼ ਪੈਂਦੀ ਚੁਭਦਾ ਹੈ ਦਰਦ ਹੁੰਦੀ ਪੀੜਾ ਹੁੰਦੀ ਵੇਦਨਾ ਹੁੰਦੀ ਇਹ ਜਿਹੜੀ ਅਲਾਮਤ ਹੈ ਦੱਸਦੀ ਹੈ ਇਹਨੂੰ ਬਾਹਰ ਕੱਢ ਇਹ ਤਕਲੀਫ ਆ ਬੰਦਾ ਕਹਿੰਦਾ ਨਹੀਂ ਨਹੀਂ ਇਹਦੇ ਤੇ ਮਮਤਾ ਕਰਦਾ ਨਹੀਂ ਨਹੀਂ ਇਹ ਤੇ ਠੀਕ ਹੈ ਇਹ ਤੇ ਬਿਲਕੁਲ ਠੀਕ ਹੈ ਪਤਾ ਨਹੀਂ ਪੀੜਾ ਕਿਉਂ ਹੋ ਰਹੀ ਭਲੇ ਬੰਦੇ ਤੇ ਮਮਤਾ ਕਰਨ ਦੀ ਲੋੜ ਨਹੀਂ ਹੈ ਇਹ ਤੇ ਚੀਰ ਫਾੜ ਕਰਨੀ ਪਏਗੀ ਜਿਵੇਂ ਪਹਿਲਾਂ ਐਗਜ਼ਾਮਪਲ ਕਰ ਰਿਹਾ ਸੀਗਾ
ਜਿਹੜਾ ਚੀਰ-ਫਾੜ ਕਰੇਗਾ ਹੋਰ ਬੁਰਾ ਲੱਗੇਗਾ। ਪਰ ਸੱਚਾਈ ਇਹ ਹੈ ਉਹ ਬੁਰਾ ਨਾ ਲੱਗੇ। ਉਹਦੀ ਇੰਟੈਂਸ਼ਨ ਦੇਖ, ਉਹ ਤੇਰਾ ਸੁਧਾਰ ਕਰਦਾ ਹੈ, ਉਹ ਤੇਰੀ ਇੱਕ ਤਰ੍ਹਾਂ ਦੇ ਨਾਲ ਸਰਜੀਕਲ ਅਪਰੋਚ ਅਡਾਪਟ ਕਰਕੇ ਤੈਨੂੰ ਤੇਰਾ ਬਚਾਅ ਕਰ ਰਿਹਾ। ਉਹ ਗੁਰੂ ਦੇ ਰੂਪ ਦੇ ਵਿੱਚ, ਸਿਆਣੇ ਸੁਹਿਰਦ ਸੱਜਣ ਦੇ ਰੂਪ ਦੇ ਵਿੱਚ। ਪਰ ਮਨਮੁਖ ਕਹਿੰਦਾ ਨਾ ਨਾ ਨਾ, ਇਹ ਚੀਜ਼ ਨਹੀਂ ਹੋ ਸਕਦੀ। ਸਾਹਿਬ ਨੇ ਕਿਹਾ ਅੰਤਰੇ ਹਉਮੈ ਮਮਤਾ, ਫਿਰ ਕਿਆ ਕੱਲਾ ਇਹ ਨਹੀਂ ਗਾ, ਕਾਮ ਕ੍ਰੋਧ ਚਤੁਰਾਈ ਰਾਮ। ਕਾਮ ਕ੍ਰੋਧ ਵਾਸ਼ਨਾ ਤੇ ਕ੍ਰੋਧਾ ਬਿਰਤੀ, ਲਸਟ ਐਂਡ ਐਂਗਰ, ਤੇ ਫਿਰ ਟੌਪ ਆਫ ਦੈਟ ਪਤਾ ਕੀ ਹੈ? ਕਲੈਵਰਨੈਸ, ਚਲਾਕੀ, ਜਿਹਦੇ ਚੋਂ ਬੰਦਾ ਚੀਟ ਕਰਦਾ ਹੈ। ਐਕਚੁਅਲ ਲੈਵਲ ਤੇ ਅਸੀਂ ਕਿਸੇ ਨੂੰ ਚੀਟ ਨਹੀਂ ਕਰਦੇ। ਸਭ ਤੋਂ ਵੱਡੀ ਚੀਟਿੰਗ ਤੇ ਆਪਣੇ ਆਪ ਨਾਲ ਕਰਦੇ ਹਾਂ ਅਸੀਂ। ਬੰਦੇ ਨੂੰ ਸਪੋਜ਼ ਸਿੰਪਲ ਕਰਦਾ, ਡਾਕਟਰ ਕਹਿੰਦਾ ਤੈਨੂੰ ਨਾ ਤੇਰੀ ਜਿਹੜੀ ਡਾਇਬਟੀਜ਼ ਹੈ ਬਿਲਕੁਲ ਬਾਰਡਰ ਲਾਈਨ ਤੇ ਹੈ ਐਂਡ ਯੂ ਹੈਵ ਟੂ ਵਰਕ ਔਨ ਇਟ। ਬੰਦਾ ਕਹਿੰਦਾ ਯੈਸ ਯੈਸ ਆਈ ਹੀਅਰ ਇਟ, ਬਟ ਯੂ ਨੋ the day I go for blood test, that day I have actually I had sort of sweet stuff. That's why that day actually blood work was reporting higher sugar level. Otherwise I'm okay. In that way, that kind of talk if someone has with the doctor or even himself or herself, that means that person is cheating. Not only that, after that following a habit that it's okay, ਤਾਂ ਕੀ ਹੋਇਆ, ਬਾਰਡਰ ਲਾਈਨ ਹੈ, ਥੋੜਾ ਅੱਜ ਖਾ ਲੈਂਦੇ ਹਾਂ, ਕੱਲ ਖਾ ਲੈਂਦੇ ਹਾਂ, ਛੱਡ ਦਿਆਂਗੇ ਅਗਲੇ ਹਫਤੇ। ਚੀਟ ਚਤੁਰਾਈ, ਇੱਕ ਛੋਟੀ ਜਿਹੀ ਹੈਬਿਟ ਦੀ ਗੱਲ ਕੀਤੀ ਹੈ, ਉਹਦੇ 'ਚ ਬੰਦਾ ਚਲਾਕੀ ਕਰ ਰਿਹਾ। ਜਿਹੜੀਆਂ ਇਨਡੀਡ ਇੰਨੀਆਂ ਗਹਿਰੀਆਂ ਆਦਤਾਂ ਪਈਆਂ ਵਾਸ਼ਨਾ ਦੀਆਂ, ਕ੍ਰੋਧਾ ਬਿਰਤੀ ਦੀਆਂ, ਹੰਕਾਰ ਦੀਆਂ, ਕਿਵੇਂ ਨਿਕਲਣਗੀਆਂ? ਚਤੁਰਾਈਆਂ ਨਾਲ ਤੇ ਕਦੀ ਨਹੀਂ ਨਿਕਲਣੀਆਂ। ਇਹਨੂੰ ਕਿਹਾ ਗਿਆ ਕਿ ਸਭ ਕਹਿੰਦੇ ਵੀ ਭਲੇ ਬੰਦੇ ਰੇ ਜਨ ਚਤੁਰਾਈ ਨਾ ਚਤੁਰਭੁਜ ਪਾਈ ਹੈ। ਚਤੁਰਭੁਜ ਜਿਹਦੀਆਂ 4 ਭੁਜਾਵਾਂ ਨੇ। ਭਾਰਤੀ ਖਿੱਤੇ ਜਦੋਂ ਰੱਬ ਦੀ ਮੂਰਤੀ ਬਣਾਈ, ਉਹਨੂੰ ਆਪਣੇ ਤੋਂ ਵੱਧ ਬਾਹਾਂ ਲਾਤੀਆਂ। ਐਕਚੁਅਲ ਲੈਵਲ ਤੇ ਸਿੰਬੋਲਿਕ ਚੀਜ਼ ਸੀ, ਵੈਸੇ ਲੋਕਾਂ ਨੇ ਪੂਜਾ ਸ਼ੁਰੂ ਕਰ ਦਿੱਤੀ ਵੀ ਜਿਹਨੂੰ ਅਸੀਂ ਵੱਡਾ ਸਮਝਦੇ ਹਾਂ, ਉਹਦੀ ਪਹੁੰਚ, ਉਹਦੀ ਤਾਕਤ, ਉਹਦੀ ਸਮਰੱਥਾ ਮੇਰੇ ਤੋਂ ਕਿਤੇ ਵੱਧ ਆ। ਉਹ ਅਲਮਾਈਟੀ ਹੈ, ਉਹ ਵੱਡਾ ਆ। ਇੱਕ ਪਾਸੇ ਤੇ ਕਹਿਣਾ ਅੰਤਰਜਾਮੀ ਹੈ, ਇੱਕ ਪਾਸੇ ਤੇ ਕਹਿਣਾ ਉਹ ਸਮਰੱਥ ਹੈ, ਉਹ ਸਭ ਜਾਣਦਾ ਹੈ। ਦੂਜੇ ਪਾਸੇ ਲੁਕਾਉਣਾ ਛੁਪਾਉਣਾ ਤੇ ਉਹਦੇ ਸਾਹਮਣੇ ਚਲਾਕ ਬਣਨ ਦੀ ਟਰਾਈ ਕਰਦਾ। ਕਿਵੇਂ ਹੋ ਸਕਦਾ ਆ? ਗੁਰੂ ਸਾਹਿਬ ਨੇ ਤੇ ਬਾਤ ਕੀਤੀ, ਕਾਮ ਕ੍ਰੋਧ ਚਤੁਰਾਈ ਰਾਮ, ਫਿਰ ਕਿਆ ਅੰਤਰ ਚਤੁਰਾਈ ਥਾਏ ਨਾ ਪਾਈ, ਬਿਰਥਾ ਜਨਮ ਗਵਾਇਆ। ਜੰਦਰ ਇੰਨੀ ਚਤੁਰਾਈ ਹੈ, ਫਿਰ ਤੇ ਜੋ ਮਰਜ਼ੀ ਕਰ ਲੈ, ਥਾਂ ਨਹੀਂ ਪੈਣਾ ਕੁਛ ਵੀ। ਚਲਾਕੀ ਨੇ ਸਭ ਖਾ ਜਾਣਾ ਹੈ। ਇਸ ਤਰ੍ਹਾਂ ਕਈ ਵਾਰ ਲੋਕ ਕਹਿੰਦੇ ਨਾ ਕਿ ਬੜਾ ਕਮਾਈ ਦਾ ਜੀ, ਪਤਾ ਨਹੀਂ ਕਿੱਥੇ ਤੁਰ ਜਾਂਦਾ ਹੈ, ਕਿਹੜੇ ਖੂਹ ਡਿੱਗ ਜਾਂਦਾ, ਥਾਂ ਹੀ ਨਹੀਂ ਪੈਂਦਾ। ਭਾਈ ਕਮਾਓ ਤੇ ਠੀਕ ਹੈ, ਪਰ ਇਹ ਦੇਖੋ ਤੁਹਾਡੇ ਐਕਸਪੈਂਸਿਸ ਕੀ ਨੇ, ਕਿੱਥੇ ਕਿੱਥੇ ਇਹ ਸਾਰੇ ਦਾ ਸਾਰਾ ਅਮਾਊਂਟ ਜਿਹੜਾ ਖਰਚ ਹੋ ਜਾਂਦਾ ਹੈ। ਜਦੋਂ ਸਾਰਾ ਦੇਖੋਗੇ ਫਿਰ ਪਤਾ ਲੱਗਾ ਹਾਂ ਥਾਂ ਕਿਉਂ ਨਹੀਂ ਪੈ ਰਿਹਾ। ਭਾਈ ਕੋਈ ਚੀਜ਼ ਪੈ ਕਿਉਂ ਨਹੀਂ ਰਹੀ? ਜਿਹੜੀ ਚਲਾਕੀ ਹੈ, ਚਲਾਕੀ ਦਾ ਜਿਹੜਾ ਉਹ ਦਾਨਵ ਆ ਔਰ ਰਾਖਸ਼, ਉਹ ਸਭ ਖਾਈ ਜਾਂਦਾ। ਤੁਸੀਂ ਜੋ ਮਰਜ਼ੀ ਕਰੀ ਜਾਓ, ਕਿਤਾਬਾਂ ਪੜ੍ਹ ਲਵੋ, ਪਾਠ ਕਰ ਲਵੋ, ਸੰਗਤ ਕਰ ਲਵੋ। ਜਿਹੜੀ ਮਨ ਦੀ ਚਲਾਕੀ ਹੈ ਉਹ ਤੁਹਾਨੂੰ ਸੁਧਾਰ ਚ ਆਉਣ ਹੀ ਨਹੀਂ ਦਿੰਦੀ। ਜਿਵੇਂ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਨਾ ਕਿ ਹਸਤੀ ਸਿਰ ਜਿਉਂ ਅੰਕੁਸ਼ ਹੈ, ਅਹਰਣ ਜਿਉਂ ਸਿਰ ਦੇ। ਹਾਥੀ ਬੜਾ ਚਲਾਕ ਬਣ ਗਿਆ, ਮਹਾਵਤ ਉਹਦੇ ਸਿਰ ਤੇ ਕੁੰਡਾ ਰੱਖਦਾ ਹੈ। ਹਾਥੀ ਕਹਿੰਦਾ ਆਈ ਨੋ ਹਾਊ ਟੂ ਪ੍ਰੋਟੈਕਟ ਮਾਈ ਸੈਲਫ। ਉਹ ਕੁੰਡਾ ਜਦੋਂ ਰੱਖਦਾ ਉਹ ਕਦੀ ਸੱਜੇ ਕਰ ਲੈਂਦਾ ਹੈ, ਕਦੀ ਖੱਬੇ ਕਰ ਲੈਂਦਾ ਹੈ। ਤੇ ਹੁਣ ਉਹ ਕੁੰਡਾ ਤੇ ਸਿਰ ਤੇ ਲੱਗ ਹੀ ਨਹੀਂ ਰਿਹਾ। ਕੁੰਡਾ ਸਿਰ ਤੇ ਨਹੀਂ ਲੱਗਦਾ, ਸਰੀਰ ਨੂੰ ਪਤਾ ਨਹੀਂ ਲੱਗਦਾ ਸਿੱਧੇ ਪਾਸੇ ਕਿੱਧਰ ਤੁਰਨਾ। ਸਭ ਕਹਿੰਦੇ ਅਹਰਣ ਜਿਉਂ ਸਿਰ ਦੇ। ਜਦੋਂ ਕੁੰਡਾ ਲੱਗੇ ਸੱਜੇ ਖੱਬੇ ਨਾ ਕਰ, ਬਿਲਕੁਲ ਅਹਰਣ ਦੀ ਤਰ੍ਹਾਂ ਸੋਲਿਡ ਉਸ ਮੱਤ ਤੇ ਚੋਟ ਲੱਗਣ ਦੇ। ਆਪਣੇ ਆਪ ਨੂੰ ਚਲਾਕੀ ਨਾਲ ਬਚਾਉਣ ਦੀ ਟਰਾਈ ਨਾ ਕਰ, ਬਲਕਿ ਦੱਸ ਇਹ ਤੇਰੇ ਵਾਸਤੇ ਹੈ, ਸਿੱਖਿਆ ਤੈਨੂੰ ਸਮਝਾਉਣ ਵਾਸਤੇ ਹੈ। ਇੱਥੇ ਸਾਹਿਬ ਨੇ ਕਿਹਾ ਕਿ ਅੰਤਰ ਚਤੁਰਾਈ ਥਾਏ ਨਾ ਪਾਈ, ਬਿਰਥਾ ਜਨਮ ਗਵਾਇਆ। ਜਮ ਮਗ ਦੁੱਖ ਪਾਵੈ, ਚੋਟਾਂ ਖਾਵੈ। ਜਮ ਕਿਤੋਂ ਹੋਰੋਂ ਨਹੀਂ ਆਉਂਦੇ,
ਵਕਾਰ ਹੀ ਜੰਮ ਬਣਦੇ ਨੇ, ਵਕਾਰ ਹੀ ਕੁੱਟਦੇ ਨੇ ਬੰਦੇ ਨੂੰ। ਕਿਤੇ ਕ੍ਰੋਧ ਕੁੱਟ ਰਿਹਾ, ਕਿਤੇ ਲੋਭ ਕੁੱਟ ਰਿਹਾ, ਕਿਤੇ ਤ੍ਰਿਸ਼ਨਾ, ਕਿਤੇ ਈਰਖਾ, ਕਿਤੇ ਦੁਆਖ। ਇਹੀ ਕੁੱਟ ਹੈ ਸਭ ਤੋਂ ਵੱਡੀ। ਮਹਾਰਾਜ ਕਹਿੰਦੇ ਜਮ ਮਗ ਦੁੱਖ ਪਾਵੈ, ਚੋਟਾਂ ਖਾਵੈ, ਅੰਤ ਗਿਆ ਪਛਤਾਇਆ। ਤੇ ਅਖੀਰ ਬੰਦੇ ਦੀ ਝੋਲੀ ਦੇ ਸਿਵਾਏ ਗਿਲਟ ਫੀਲ ਕਰਨ ਤੋਂ, ਰਿਗਰੈਟ ਫੀਲ ਕਰਨ ਤੋਂ ਹੋਰ ਕੁਛ ਵੀ ਪੱਲੇ ਨਹੀਂ ਪੈਂਦਾ। ਬੰਦਾ ਐਂਡ ਆਫ ਦਾ ਡੇ ਫਿਰ ਸੋਚਦਾ, ਉਹ I didn't make good choices. That's why I'm suffering. But now I cannot do anything because I cannot rewind my life, rewind that time. So now I have to suffer. Babaji is saying, I'm making you aware in time to make good choices so that you don't have to suffer with guilt and regret. It's a great kind of teachings Babaji is blessing us, but it's all depend on us. We are accepting it or not. However, people listen, people understand, but it's hard to follow, as I have already mentioned. Cleverness, the mind's cleverness always say it's okay, yeah, it's a good thing, but when it's come towards personally, you have to follow these kind of thoughts, these kind of teachings, then mind is saying, no, it's okay, you are okay. You don't have to move, you don't have to make any changes. Baba ji is saying here, देखी चेते रखी अंत गया पछताया, आखिर पछताएगा। बिन नामे को बेली नाही, पुत कुटुंब सुत पाई। बाकी मोह माया दी दुनिया च पिया होया बंदा हुण लगदा है कोई ना, मैनू मेरे ते बड़ियां बाहां ने मेरियां इत्थे, मेरे भैन भरा ने, मेरे सज्जन मित्र ने, मेरे दोस्त ने, सब जिहड़ी इनर सफरिंग है तो कोई नहीं बचा सकदा सानू। भावें कोई भैन भरा ने, अज ते मैंटल हैल्थ दी हालत तुसीं देखो, घरां दे विच तुसीं फिजिकली बिल्कुल फिट ही नहीं हैगे हो, सारा कुछ ठीक आ, मैंटली तुसीं थोड़ा जिहा अनस्टेबल होए नहीं, अगले कहिंदे जी इहनूं किहनूं चुकाईए, दसो पुलिस नूं कॉल करिए या किते जिहड़ा हैगा मैंटल हैल्थ लै जाओ, वी आर नॉट एबल टू। कमाल है भाई, फिजिकली तो फिट है, सारा कुछ बिल्कुल फिट है, गल्लां बड़ियां उल्टियां पुल्टियां करदा सी, असीं ते टेक केयर नहीं कर सकते। फिर बंदे नूं लगदा भी ये वाकई दी बाणी कहंदी काकी मात पिता कहो काको कवन पुरख की जोई, अजे ते घट भी नहीं फुटिया, अजे ते वो बंदा अजे अलाइव आ, सब कुछ ठीक है, तो वो बात भी नहीं बनी। भाई गल है साथ इन्ना की है, ये सब चलदियां दे ते जिउंदियां दे मेले ने। इत्थे साहब ने कहा कि बिन नामे को बेली नाही, पुत कुटुंब सुत पाई, नानक माया मोह पसारा, आगे साथ न जाई। बंदे ये संसार वर्त गुजरान है, रह मान इत्थे इंजॉय कर, पर इस सब दे विच जे वकारां तो अपने आप नूं आज़ाद नहीं करेगा तो संसार छुट जाएगा एक दिन। हाँ, जिहड़ी चीज़ पल्ले जाएगी वो है वकारां च जिंदगी गवाण दे पछतावे। एंड I think no one wants to suffer with guilty at all, at any level of his or her life. And that's why Babaji is saving us from that kind of punishment. Maharaj Bakshish Karan, ਇਹ ਨਾਲ ਵੀ ਵਾਕਿਆਂ 'ਚੋਂ ਸਾਨੂੰ ਚੰਗੀ ਸਮਝ ਆਵੇ। ਜਿਹੜਾ ਸੈਕਿੰਡ ਪਦ ਹੈ ਸ਼ਬਦ ਦਾ, ਉਹਦੇ 'ਚ ਗੁਰੂ ਮਹਾਰਾਜ ਨੇ ਸਾਰੇ ਦਾ ਇਲਾਜ ਦੱਸਿਆ ਆ। Today we were just talking about troubles or problems, or you can say some kind of bad deeds or issues. But tomorrow, Vaheguru definitely will bless us the time. Then we will discuss what is the solution of all these problems. ਅੱਜ ਦਾ ਸਮਾਂ ਸਮਾਪਤ ਆ। ਇੱਕ ਵਾਰ ਫਿਰ ਉਹਨਾਂ ਕਿਰਸਾਨ ਮਾਈ ਭਾਈ ਲਈ ਅਰਦਾਸ ਕਰਦਿਆਂ ਹੋਏ ਉਹਨਾਂ ਦੀ ਸਫਲਤਾ ਤੇ ਚੜ੍ਹਦੀ ਕਲਾ ਤੇ ਇੱਥੇ ਹੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ